ਮੇਰੇ ਫਾਦਰ ਸਾਹਿਬ ਕਹਿੰਦੇ ਵੀ ਛੋਟੇ ਸਾਹਿਬਜ਼ਾਦਿਆਂ ਦੀ ਨਾ ਮਤਲਬ ਚੱਪਣੀ ਬਾਹਰ ਰਹਿ ਰਹੀ ਸੀਗੀ, ਮਤਲਬ ਦੀਵਾਰ ਟੇਢੀ ਬਣ ਗਈ। ਕਹਿੰਦੇ ਜਿਹੜਾ ਉੱਥੇ ਦਾ ਉਹ ਸੀਗਾ ਜਲਾਦ, ਉਹ ਕਹਿੰਦਾ ਵੀ ਆਹ ਤੂੰ ਕੀ ਕਰਨ ਲੱਗਿਆ। ਉਹ ਕਹਿੰਦਾ ਵੀ ਇਹ ਕੰਧ ਇਸ ਕਰਕੇ ਟੇਢੀ ਹੋ ਰਹੀ ਵੀ ਇਹਨਾਂ ਦੀ ਚੱਪਣੀ ਮਤਲਬ ਬਾਹਰ ਹੈ। ਉਹ ਕਹਿੰਦੇ ਚੱਪਣੀ ਘੱਟ ਦਿਓ। ਫਾਦਰ ਸਾਹਿਬ ਕਹਿੰਦੇ ਉਹ ਤੇਸੀ ਦੇ ਨਾਲ ਨਾ ਛੋਟੇ ਸਾਹਿਬਜ਼ਾਦੇ ਨੇ ਤੇਸੀ ਮਤਲਬ ਘੱਟਤੀ ਸੀ, ਦੀਵਾਰ ਸਿੱਧੀ ਕੀਤੀ। ਤਾਂ ਉਦੋਂ ਮਤਲਬ ਮੇਰਾ ਅੰਦਰੋਂ ਬੜਾ ਦਿਲ ਰੋਇਆ ਵੀ ਸਾਡੇ ਵਾਸਤੇ ਉਹਨਾਂ ਨੇ ਇੰਨਾ ਕੁਛ ਕੀਤਾ, ਅਸੀਂ ਤਾਂ ਕੁਛ ਵੀ ਨਹੀਂ ਹੋਏ। ਸਰ ਉਸ ਟਾਈਮ ਤੋਂ ਨਾ ਮੈਨੇ ਇੱਕ ਨਿਰਣਾ ਕਰ ਲਿਆ ਸੀਗਾ ਵੀ ਮੈਂ ਕਿਸ ਤਰ੍ਹਾਂ ਦਾ ਮਤਲਬ ਉਹਨਾਂ ਨੂੰ ਸਾਹਿਬਜ਼ਾਦਿਆਂ ਨੂੰ ਮਤਲਬ ਕਰਾਂ। ਤਾਂ ਮੇਰੇ ਦਿਮਾਗ ਦੇ ਵਿੱਚ ਇੱਕ ਗੱਲ ਆਈ ਉਦੋਂ ਹੀ ਵੀ ਮੈਂ ਇਹ ਜਿਹੜੀ ਇੰਨੀ ਠੰਡ ਦੇ ਵਿੱਚ ਹੋਇਆ ਵੀ ਮੈਂ ਕਿਉਂ ਨਾ ਮਤਲਬ ਇੱਕ ਲਹਿਦਾ ਮੈਂ ਇੱਕ ਉਸ ਟਾਈਮ ਹੀ ਫਾਦਰ ਦੇ ਪੈਰ ਦਵਾਉਂਦੇ ਇੱਕ ਨਿਰਣਾ ਕਰ ਲਿਆ ਸੀ ਵੀ ਮੈਂ ਮਤਲਬ ਬਰਫ਼ ਦੇ ਨਾਲ ਨਹਾਏ ਕਰਾਂਗਾ ਜੀ। ਮੈਨੂੰ ਬੀਬੀ ਕਹਿਣ ਲੱਗੇ ਵੀ ਤੈਨੂੰ ਗਰਮੀ ਲੱਗਦੀ, ਤੈਨੂੰ ਲਹਿਦਾ ਤੇਰੇ ਭਾਅ ਦੀ ਗਰਮੀ ਤੈਨੂੰ ਪੈ ਰਹੀ, ਇੰਨੀ ਠੰਡ ਪੈ ਰਹੀ ਆ। ਤਾਂ ਮੈਂ ਕਿਹਾ ਨਹੀਂ। ਮੈਨੂੰ ਕਹਿੰਦੇ ਵੀ ਤੈਨੂੰ ਨਮੂਨੀਆ ਹੋ ਜੂ, ਤੈਨੂੰ ਮਤਲਬ ਉਹ ਦਿੱਕਤ ਆ ਜੂਗੀ ਕੋਈ। ਮੈਂ ਕਿਹਾ ਕੁਛ ਨਹੀਂ ਹੁੰਦਾ। ਤਾਂ ਮੇਰੇ ਮਦਰ ਕਹਿਣ ਲੱਗੇ ਵੀ ਤੂੰ ਮੈਨੂੰ ਸੱਚੋ ਸੱਚ ਗੱਲ ਦੱਸ ਵੀ ਗੱਲ ਕੀ ਆ, ਕਿਉਂ ਕੀ ਚਾਹੁੰਦਾ ਹੈ ਤੂੰ। ਤਾਂ ਉਹਨਾਂ ਨੇ ਨਾ ਮੈਂ ਇਸ ਤਰ੍ਹਾਂ ਪਟੜੇ ਦੇ ਉੱਤੇ ਬੈਠਾ ਸੀ, ਨਹਾਉਣ ਦੀ ਤਿਆਰੀ ਕਰ ਰਿਹਾ ਸੀਗਾ, ਟੱਪ ਮੇਰੇ ਭਰੇ ਹੋਏ ਸੀ ਪਾਣੀ ਦੇ ਬਰਫ਼ ਦੇ ਨਾਲ। ਤਾਂ ਜੀ ਉਹਨਾਂ ਨੇ ਮੇਰਾ ਹੱਥ ਨਾ ਮੇਰੇ ਆਪਣੇ ਸਿਰ ਦੇ ਉੱਤੇ ਰੱਖ ਕੇ ਮੈਨੂੰ ਕਸਮ ਖਿਲਾਈ। ਮੈਨੂੰ ਕਹਿੰਦੇ ਤੂੰ ਚਾਹੁੰਦਾ ਕੀ ਹੈ, ਮੈਨੂੰ ਗੱਲ ਦੱਸ ਕੀ ਗੱਲ। ਫਿਰ ਮੇਰੇ ਅੱਖਾਂ 'ਚੋਂ ਉਸ ਟਾਈਮ ਅੰਜੂ ਆ ਗਏ ਸੀ। ਮੈਂ ਆਪਣੇ ਮਦਰ ਨੂੰ ਕਿਹਾ ਦੇਖ ਬੀਬੀ ਤੂੰ ਇਹ ਗੱਲ ਕਿਸੇ ਨੂੰ ਦੱਸੀ ਨਾ, ਇਹ ਰਾਜ ਹੀ ਰਹਿਣ ਦੀ। ਕਿੰਨਾ ਸਮਾਂ ਨਹਾਉਂਦੇ ਹੋ, ਇਹ ਵੀ ਕੋਈ ਸਮਾਂ ਵੀ? ਸਰ 1 ਘੰਟਾ ਜੀ, ਇੱਕ ਬਰਫ਼ ਵਾਲਾ ਪਾਣੀ ਪਾਈ ਜਾਣਾ। ਹਾਂ ਪਾਈ ਮੈਂ ਸਰ ਤੁਸੀਂ ਵੀਡੀਓ ਦੇਖਣਾ, ਇੱਕ ਤਾਂ ਹੁੰਦਾ ਨਾ ਸਰੀਰ ਦੇ ਉੱਤੇ ਪਾਣੀ ਗੇਰਨਾ, ਠੀਕ ਹੈ, ਮਤਲਬ ਸਰੀਰ ਗਿੱਲਾ ਕਰਨਾ, ਉਸ ਤਰ੍ਹਾਂ ਨਹੀਂ ਪ੍ਰੋਪਰ ਸਰ ਜਿਵੇਂ ਆਪਾਂ ਗਰਮੀਆਂ ਦੇ ਵਿੱਚ ਸਾਬਣ ਲਾਣਾ, ਤੇਲ ਲਗਾਉਣਾ, ਮੈਂ ਉਸ ਤਰ੍ਹਾਂ ਮਤਲਬ ਕਰਦਾ। ਇਹ ਨਹੀਂ ਵੀ ਇੱਕ ਚਲੋ ਜੀ ਪਾਣੀ ਪਾ ਲਿਆ ਜੀ ਨਹਾ ਲਿਆ ਜੀ, ਇਹ ਨਹੀਂ। ਮੈਂ ਬਚਪਨ ਤੋਂ ਵੈਸੇ ਹਨੂੰਮਾਨ ਜੀ ਦੀ ਪੂਜਾ ਕਰਦਾ ਆ ਰਿਹਾ, ਉਹਨਾਂ ਦੇ ਵਰਤ ਰੱਖਦਾ ਸੀਗਾ, ਹੁਣ ਵੀ ਮੈਂ ਰੱਖਦਾ, ਐਸੀ ਗੱਲ ਨਹੀਂ ਹੈ। ਮਗਰ ਮੈਂ ਸਾਰੇ ਧਰਮਾਂ ਨੂੰ ਮਤਲਬ ਇੱਜ਼ਤ ਕਰਦਾ ਜੀ, ਮਤਲਬ ਮੰਨਦਾ। ਦਸੰਬਰ ਦਾ ਮਹੀਨਾ ਹੁੰਦਾ, 8-9 ਤਰੀਕ ਆਉਂਦੀ ਹੈ ਤਾਂ ਠੰਡ ਵੱਧ ਜਾਂਦੀ ਆ। ਹਾਂਜੀ ਠੰਡ ਵੱਧ ਜਾਂਦੀ। ਉਦੋਂ ਮੈਨੂੰ ਇੱਕ ਦਿਨ ਹੀ ਲੱਗਦੀ ਹੈ ਜੀ, ਇੱਕ ਦਿਨ। ਤਾਂ ਉਸ ਤੋਂ ਬਾਅਦ ਕੀ ਹੁੰਦਾ, ਜਦੋਂ ਇਹ ਛੋਟੇ ਸਾਹਿਬਜ਼ਾਦਿਆਂ ਦਾ 20-21 ਤਰੀਕ ਆਉਂਦੀ ਆ, 24-25-26 ਹੈ ਨਾ, ਜਾਂ 20 ਤਰੀਕ ਤੋਂ ਬਾਅਦ ਮਤਲਬ ਇੱਕ ਜਵਾਲਾਮੁਖੀ ਜਿਵੇਂ ਹੁੰਦੀ ਹੈ ਨਾ ਜੀ, ਮੈਂ ਇੱਕ ਟੀ-ਸ਼ਰਟ ਦੇ ਵਿੱਚ ਘੁੰਮਣਾ ਸ਼ੁਰੂ ਕਰ ਦਿੰਦਾ ਜੀ। 20 ਤਰੀਕ ਤੋਂ ਬਾਅਦ ਫਿਰ ਟੀ-ਸ਼ਰਟ ਵਿੱਚ ਹੋ ਜਾਂਦੇ ਹੋ, ਫਿਰ ਉਦੋਂ ਗਰਮੀ ਸ਼ੁਰੂ ਹੋ ਜਾਂਦੀ ਹੈ। ਮੈਨੂੰ ਗਰਮੀ ਲੱਗਣੀ ਸ਼ੁਰੂ, ਪਤਾ ਨਹੀਂ ਉਹ ਅਕਾਲ ਪੁਰਖ ਦੀ ਮਤਲਬ ਇੰਨੀ ਤਾਕਤ ਦੇ ਦਿੰਦੇ ਮੈਨੂੰ। ਤੇ ਮੈਂ ਜਦੋਂ ਫਿਰ ਸਰ ਇਹ 3 ਦਿਨ ਨਹਾਉਣਾ, ਜਦੋਂ ਸਾਹਿਬਜ਼ਾਦਿਆਂ ਦੇ ਉਹਨਾਂ 23, 24, 25 3 ਦਿਨ ਨਹਾਉਣਾ, 3 ਕੁਇੰਟਲ ਬਰਫ਼ ਨਾਲ, ਉਹ ਮੈਂ ਆਪਣੇ ਕੰਨੀ ਤੋਂ ਮਤਲਬ ਇੱਕ ਇਹ ਹੁੰਦਾ ਵੀ ਮੈਂ ਹੋਰ ਤਾਂ ਕੁਝ ਕਰ ਨਹੀਂ ਸਕਦਾ ਵੀ ਉਹਨਾਂ। ਜਦੋਂ ਸਰ ਮੈਂ ਨਹਾ ਰਿਹਾ ਹੁੰਦਾ, ਤੁਸੀਂ ਯਕੀਨ ਨਹੀਂ ਕਰਨਾ ਵੀ ਉਹ ਸ਼ਾਕ ਮੇਰੀ ਅੱਖਾਂ ਦੇ ਸਾਹਮਣੇ ਮਤਲਬ ਉਹ ਦ੍ਰਿਸ਼ਟ ਨਜ਼ਰ ਆਉਂਦਾ ਹੁੰਦਾ, ਜਦੋਂ ਸਾਹਿਬਜ਼ਾਦਿਆਂ ਨੂੰ, ਇਹ ਛੋਟੇ ਸਾਹਿਬਜ਼ਾਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਤੁਸੀਂ ਦੇਖ ਰਹੇ ਹੋ ਸ਼ਬਦ ਚੈਨਲ। ਪਿਛਲੇ ਦਿਨੀ ਆਪਾਂ ਦੇਖਿਆ ਕਿ ਜਿਹੜਾ ਸ਼ਹੀਦੀ ਜੋੜ ਮੇਲਾ ਸੀਗਾ, ਕਿਸ ਤਰੀਕੇ ਦੇ ਨਾਲ ਪੋਹ ਦੇ ਦਿਹਾੜੇ ਦੇ ਵਿੱਚ ਗੁਰੂ ਸਾਹਿਬ ਦਾ ਪੂਰਾ ਪਰਿਵਾਰ ਵਿਛੜ ਜਾਂਦਾ ਹੈ, ਤੇ ਉਸ ਤੋਂ ਬਾਅਦ ਕਿਸ ਤਰੀਕੇ ਨਾਲ ਚਾਰੇ ਪੁੱਤਰਾਂ ਦੀਆਂ, ਧੰਨ ਧੰਨ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਧੰਨ ਧੰਨ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਸ਼ਹਾਦਤ ਹੁੰਦੀ ਹੈ। ਤਾਂ ਉਸ ਦੇ ਸੰਬੰਧ ਵਿੱਚ ਇੱਕ ਵੀਡੀਓ ਪਿਛਲੇ ਦਿਨੀ ਬਹੁਤ ਜ਼ਿਆਦਾ ਵਾਇਰਲ ਹੋਈ ਹੈ। ਲਛਮਣ ਦਾਸ ਜੀ ਟੋਨੀ, ਜਿਹੜੇ ਇਹਨਾਂ ਦਿਨਾਂ ਦੇ ਵਿੱਚ ਸ਼ਹੀਦੀ ਜੋੜ ਮੇਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ 3 ਕੁਇੰਟਲ ਬਰਫ਼ ਦੇ ਨਾਲ ਜਿਹੜਾ ਨਹਾਉਂਦੇ ਆ। ਪਿਛਲੇ 25 ਸਾਲ ਤੋਂ ਇਹ ਜਿਹੜੀ ਸੇਵਾ ਕਰ ਰਹੇ ਨੇ ਸ਼ਰਧਾ ਦੇ ਦਿਲ ਵਿੱਚ। ਤਾਂ ਜਦੋਂ ਇਹਨਾਂ ਦੀ ਵੀਡੀਓ ਵਾਇਰਲ ਹੋਈਆਂ ਕਾਫੀ, ਤਾਂ ਉੱਥੇ ਕਮੈਂਟ ਜਦੋਂ ਪੜ੍ਹੇ ਅਸੀਂ ਤਾਂ ਸਾਡਾ ਥੋੜ੍ਹਾ ਜਿਹਾ ਮਨ ਉਦਾਸ ਹੋਇਆ। ਉੱਥੇ ਬਹੁਤ ਸਾਰੇ ਲੋਕਾਂ ਨੇ ਸਪੋਰਟ ਕੀਤੀ, ਪਰ 10% ਲੋਕ ਸਾਡੇ ਆਪਣੇ ਲੋਕ ਹੁੰਦੇ ਨੇ ਜਿਨ੍ਹਾਂ ਨੇ ਕਿਹਾ ਜੀ ਸਰੀਰ ਨੂੰ ਕਸ਼ਟ ਦੇ ਕੇ ਕੀ ਹੋ ਜਾਊਗਾ। ਤਾਂ ਭਰਾਵੋ ਗੱਲ ਤਾਂ ਇਹ ਆ ਵੀ ਹਰ ਇੱਕ ਬੰਦੇ ਦੀ ਆਪਣੀ ਸ਼ਰਧਾ ਹੈ। ਅੱਜ ਇਸ ਵਾਰ ਆਪਾਂ ਦੇਖਿਆ, ਖਾਸ ਕਰਕੇ ਫਤਿਹਗੜ੍ਹ ਸਾਹਿਬ ਦੀ ਗੱਲ ਕਰ ਲਈਏ ਤਾਂ ਬਹੁਤ ਲੋਕ ਦੂਰੋਂ ਪੈਦਲ ਚੱਲ ਕੇ ਆਏ। ਆਪਾਂ ਦੇਖਿਆ ਕਿਸੇ ਨੇ ਲੰਗਰਾਂ ਵਿੱਚ ਸੇਵਾ ਕਰਦੇ ਆ, ਕੋਈ ਕਿਸ ਤਰੀਕੇ ਦੀ ਸੇਵਾ ਕਰਦਾ, ਆਪਣੀ ਜਿਹੜੀ ਸ਼ਰਧਾ ਉਹ ਪ੍ਰਗਟਾਉਂਦਾ ਏ। ਤਾਂ ਪਿਛਲੇ ਸਮੇਂ 'ਚ ਦੇਖਦੇ ਹੁੰਦੇ ਸੀ ਆਪਾਂ ਕਿ ਇਹਨਾਂ ਦਿਨਾਂ ਦੇ ਵਿੱਚ ਲੋਕ ਜਿਹੜੇ ਭੁੰਜੇ ਪੈਣਾ ਫਰਸ਼ ਦੇ ਉੱਪਰ ਪੈਂਦੇ ਸੀਗੇ। ਤਾਂ ਸ਼ਰਧਾ ਵੱਖਰੀ ਹਰ ਇੱਕ ਤਰੀਕੇ ਦੀ ਆਪਣੀ ਸ਼ਰਧਾ ਹੁੰਦੀ ਹੈ। ਲਛਮਣ ਦਾਸ ਜੀ ਸਾਡੇ ਨਾਲ ਨੇ, ਇਹਨਾਂ ਨਾਲ ਗੱਲਬਾਤ ਕਰਾਂਗੇ। ਪੂਰੀ ਵੀਡੀਓ ਜ਼ਰੂਰ ਦੇਖਿਓ, ਸ਼ੇਅਰ ਜ਼ਰੂਰ ਕਰਿਓ। ਅੱਜ ਪੂਰੀ ਡਿਟੇਲ ਦੇ ਵਿੱਚ ਇਹਨਾਂ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਚੈਨਲ ਦੇ ਵਿੱਚ। ਸਤਿ ਸ਼੍ਰੀ ਅਕਾਲ ਸਰ ਮੇਰਾ ਨਾਮ ਲਛਮਣ ਦਾਸ ਟੋਨੀ ਸੀਗਾ ਜੀ। ਸਰ ਇਹ ਗੱਲ ਇਸ ਤਰ੍ਹਾਂ ਹੋਈ ਸੀ, ਮੈਂ ਆਪਣੇ ਬੜੀ ਪੁਰਾਣੀ ਗੱਲ ਹੈ ਜੀ, ਮੇਰੀ 10 ਸਾਲ ਦੀ ਉਮਰ ਸੀਗੀ। ਮੈਂ ਰਾਤ ਨੂੰ ਡੇਲੀ ਆਪਣੇ ਫਾਦਰ ਸਾਹਿਬ ਦੇ ਪੈਰ ਦਬਾਉਂਦਾ ਹੁੰਦਾ ਸੀਗਾ ਜੀ।
ਠੀਕ ਹੈ। ਮੇਰੇ ਫਾਦਰ ਸਾਹਿਬ ਸਾਨੂੰ ਰੋਜ਼ ਮਤਲਬ ਧਾਰਮਿਕ ਕਹਾਣੀਆਂ ਸੁਣਾਉਂਦੇ ਸੀ, ਕਦੀ ਰਮਾਇਣ ਬਾਰੇ, ਕਦੀ ਗੀਤਾ ਬਾਰੇ। ਮਤਲਬ ਇੱਕ ਵਾਰੀ ਉਹਨਾਂ ਨੇ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਬਾਰੇ ਦੱਸਣ ਲੱਗੇ, ਗੁਰੂ ਤੇਗ ਬਹਾਦਰ ਸਾਹਿਬ ਦੇ ਬਾਰੇ। ਮੈਨੂੰ ਕਹਿੰਦੇ ਅਗਰ ਅੱਜ ਗੁਰੂ ਤੇਗ ਬਹਾਦਰ ਜੀ ਮਤਲਬ ਐਡਾ ਬੜਾ ਬਲੀਦਾਨ ਨਾ ਦਿੰਦੇ ਵੀ ਅੱਜ ਹਿੰਦੂ ਕੌਮ ਜਾਂ ਪੰਡਤ ਕੌਮ ਹੋਣੀ ਨਹੀਂ ਸੀ। ਮੈਂ ਪੁੱਛਿਆ ਬਾਊ ਜੀ ਨੂੰ, ਮੈਂ ਬਾਊ ਜੀ ਉਹ ਕਿਉਂ? ਕਹਿੰਦੇ ਇਸ ਤਰ੍ਹਾਂ ਹੈ ਵੀ ਉਸ ਟਾਈਮ ਔਰੰਗਜ਼ੇਬ ਦਾ ਰਾਜ ਸੀ। ਔਰੰਗਜ਼ੇਬ ਜ਼ਬਰਦਸਤੀ ਮਤਲਬ ਧਰਮ ਮਤਲਬ ਬਦਲਦਾ ਸੀਗਾ। ਕਹਿੰਦੇ ਇਸ ਤਰ੍ਹਾਂ ਹੀ ਕੀ ਹੋਇਆ ਕਿ ਕਸ਼ਮੀਰੀ ਪੰਡਿਤ ਇਕੱਠੇ ਹੋ ਕੇ ਗੁਰੂ ਤੇਗ ਬਹਾਦਰ ਜੀ ਕੋਲੇ ਅਨੰਦਪੁਰ ਸਾਹਿਬ ਆਏ। ਉਹ ਆ ਕੇ ਕਹਿਣ ਲੱਗੇ ਵੀ ਮਹਾਰਾਜ ਸਾਡੇ ਨਾਲ ਇਸ ਤਰ੍ਹਾਂ ਔਰੰਗਜ਼ੇਬ ਸਾਡਾ ਧਰਮ ਬਦਲ ਰਿਹਾ, ਵੀ ਸਾਡੀ ਰੱਖਿਆ ਕੀਤੀ ਜਾਵੇ। ਉਦੋਂ ਕਹਿੰਦੇ ਫਾਦਰ ਸਾਹਿਬ ਕਹਿੰਦੇ ਵੀ ਟੋਨੀ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਵੀ ਕਿਸੇ ਵੱਡੇ ਬੰਦੇ ਨੂੰ ਕੁਰਬਾਨੀ ਦੇਣੀ ਪਏਗੀ, ਜੋ ਕਿ ਉਸ ਟਾਈਮ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ 9 ਸਾਲ ਦੀ ਸੀ। ਉਹ ਪਾਸ ਖੜੇ ਸੀ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਕਹਿਣ ਲੱਗੇ ਵੀ ਮਹਾਰਾਜ ਤੁਹਾਡੇ ਤੋਂ ਵੱਡਾ ਕੌਣ ਹੋਏਗਾ। ਮੇਰੇ ਫਾਦਰ ਸਾਹਿਬ ਕਹਿੰਦੇ ਵੀ ਉਸੇ ਵਕਤ ਨਾ ਜੀ ਵੀ ਮਤਲਬ ਗੁਰੂ ਗੋਬਿੰਦ ਸਿੰਘ ਜੀ ਨੂੰ ਗੱਦੀ ਤੇ ਬਿਠਾਇਆ। ਗੁਰੂ ਤੇਗ ਬਹਾਦਰ ਜੀ ਉਹ ਕਸ਼ਮੀਰੀ ਪੰਡਤਾਂ ਦੇ ਨਾਲ ਉੱਠ ਕੇ ਚਲੇ ਗਏ। ਤੇ ਉਸ ਤੋਂ ਬਾਅਦ ਇਹਨਾਂ ਦਾ ਬਹੁਤ ਜ਼ਿਆਦਾ ਸਰ ਜਦੋਂ ਹੋਇਆ ਵੀ ਸਰਸਾ ਨਦੀ ਦੇ ਵਿੱਚ ਆ ਕੇ ਛੋਟੇ ਸਾਹਿਬਜ਼ਾਦੇ ਮਤਲਬ ਮਾਤਾ ਗੁਜਰੀ ਦੇ ਨਾਲ ਆ ਕੇ ਨਾ ਵਿਛੜ ਗਏ। ਤਾਂ ਕਹਿੰਦੇ ਹੁਣ ਤਾਂ ਕੁਝ ਵੀ ਨਹੀਂ, ਕਹਿੰਦੇ ਉਦੋਂ ਸਰਦੀ ਬਹੁਤ ਪੈਂਦੀ ਹੁੰਦੀ ਸੀ, ਠੀਕ ਹੈ ਜੀ। ਉਦੋਂ ਕਹਿੰਦੇ ਇਹਨਾਂ ਦੇ ਪੂਰੇ ਕੱਪੜੇ ਮਤਲਬ ਗਿੱਲੇ ਹੋ ਗਏ, ਕੱਪੜੇ ਬਦਲਣ ਵਾਸਤੇ ਵੀ ਜਗ੍ਹਾ ਨਹੀਂ ਸੀ। ਤੇ ਕਹਿੰਦੇ ਵੀ ਜਦੋਂ ਇਹ ਆਏ ਮਤਲਬ ਇਹਨਾਂ ਨੇ ਔਰੰਗਜ਼ੇਬ ਨੇ ਠੰਡੇ ਬੁਰਜ ਦੇ ਵਿੱਚ ਇਹਨਾਂ ਨੂੰ ਜਿਹੜਾ ਅਨੰਦਪੁਰ ਸਾਹਿਬ ਇਹਦੇ ਦਾ ਫਤਿਹਗੜ੍ਹ ਸਾਹਿਬ ਦਾ ਉਹ ਸੀਗਾ, ਉਹਨਾਂ ਨੇ ਇਹਨਾਂ ਨੂੰ ਬੜੇ ਵੱਡੇ ਵੱਡੇ ਉਹ ਦਿੱਤੇ ਵੀ ਇਹ ਡਾਮਾਡੋਲ ਹੋ ਜਾਵੇ। ਹਾਂ ਵੀ ਮਤਲਬ ਹੋਈ ਨਹੀਂ। ਉਹ ਮਾਤਾ ਗੁਜਰੀ ਜੀ ਨੇ ਮਤਲਬ ਇਸ ਤਰ੍ਹਾਂ ਦਾ ਉਹਨਾਂ ਨੂੰ ਸਿੱਖਿਆ ਦਿੱਤੀ ਵੀ ਸੀਗੀ ਵੀ ਤੁਹਾਨੂੰ ਡੋਲਣਾ ਨਹੀਂਗਾ। ਤੇ ਉਹ ਸਰ ਜਦੋਂ ਕੀ ਹੋਇਆ ਉਹਨਾਂ ਨੂੰ ਬੁਰਜ ਦੇ ਵਿੱਚ ਬਿਠਾਇਆ। ਦੂਜੇ ਦਿਨ ਜਦੋਂ ਉਹਨਾਂ ਨੂੰ ਜਿੰਦਾ ਮਤਲਬ ਦੀਵਾਰ ਦੇ ਵਿੱਚ ਕੀਤਾ ਤਾਂ ਸਰ ਮੇਰੇ ਫਾਦਰ ਸਾਹਿਬ ਕਹਿੰਦੇ ਵੀ ਛੋਟੇ ਸਾਹਿਬਜ਼ਾਦਿਆਂ ਦੀ ਨਾ ਮਤਲਬ ਚੱਪਣੀ ਬਾਹਰ ਰਹਿ ਰਹੀ ਸੀਗੀ, ਮਤਲਬ ਦੀਵਾਰ ਟੇਢੀ ਬਣ ਗਈ। ਕਹਿੰਦੇ ਜਿਹੜਾ ਉੱਥੇ ਦਾ ਉਹ ਸੀਗਾ ਜਲਾਦ, ਉਹ ਕਹਿੰਦਾ ਵੀ ਆਹ ਤੂੰ ਕੀ ਕਰਨ ਲੱਗਿਆ। ਉਹ ਕਹਿੰਦਾ ਵੀ ਇਹ ਕੰਧ ਇਸ ਕਰਕੇ ਟੇਢੀ ਹੋ ਰਹੀ ਵੀ ਇਹਨਾਂ ਦੀ ਚੱਪਣੀ ਮਤਲਬ ਬਾਹਰ ਹੈ। ਉਹ ਕਹਿੰਦੇ ਚੱਪਣੀ ਘੱਟ ਦਿਓ। ਫਾਦਰ ਸਾਹਿਬ ਕਹਿੰਦੇ ਉਹ ਤੇਸੀ ਦੇ ਨਾਲ ਨਾ ਛੋਟੇ ਸਾਹਿਬਜ਼ਾਦੇ ਤੇਸੀ ਮਤਲਬ ਘੱਟਤੀ ਸੀ, ਦੀਵਾਰ ਸਿੱਧੀ ਕੀਤੀ। ਤਾਂ ਉਦੋਂ ਮਤਲਬ ਮੇਰਾ ਅੰਦਰੋਂ ਬੜਾ ਦਿਲ ਰੋਇਆ ਵੀ ਸਾਡੇ ਵਾਸਤੇ ਉਹਨਾਂ ਨੇ ਇੰਨਾ ਕੁਛ ਕੀਤਾ, ਅਸੀਂ ਤਾਂ ਕੁਛ ਵੀ ਨਹੀਂ ਹੋਏ। ਸਰ ਉਸ ਟਾਈਮ ਤੋਂ ਨਾ ਮੈਨੇ ਇੱਕ ਨਿਰਣਾ ਕਰ ਲਿਆ ਸੀਗਾ ਵੀ ਮੈਂ ਕਿਸ ਤਰ੍ਹਾਂ ਦਾ ਮਤਲਬ ਉਹਨਾਂ ਨੂੰ ਸਾਹਿਬਜ਼ਾਦਿਆਂ ਨੂੰ ਮਤਲਬ ਕਰਾਂ। ਸਰ ਐਵੇਂ ਸੀ, ਲੋਕ ਲੰਗਰ ਲਾਉਂਦੇ ਆ, ਗਰਮ ਕੱਪੜੇ ਵੰਡਦੇ ਆ, ਬਹੁਤ ਕੁਝ ਕਰਦੇ ਆ। ਤਾਂ ਮੈਂ ਇਸ ਯੋਗ ਨਹੀਂ ਸੀਗਾ, ਮੈਂ ਤੁਹਾਨੂੰ ਸਹੀ ਗੱਲ ਦੱਸਾਂ। ਮੈਂ ਸਿੱਖਿਆ ਮਾਰਾਂ ਵੀ ਹੈਗਾ। ਅਸੀਂ ਬਹੁਤ ਇੱਕ ਮੀਡੀਆ ਮਤਲਬ ਦਰਮਿਆਨੀ ਉਦੋਂ ਫੈਮਿਲੀ ਨੂੰ ਮਤਲਬ ਬਿਲੋਂਗ ਕਰਦੇ ਸੀ। ਤਾਂ ਮੇਰੇ ਦਿਮਾਗ ਦੇ ਵਿੱਚ ਇੱਕ ਗੱਲ ਆਈ ਉਦੋਂ ਹੀ ਵੀ ਮੈਂ ਇਹ ਜਿਹੜੀ ਇੰਨੀ ਠੰਡ ਦੇ ਵਿੱਚ ਹੋਇਆ ਵੀ ਮੈਂ ਕਿਉਂ ਨਾ ਮਤਲਬ ਇੱਕ ਲਹਿਦਾ ਮੈਂ ਇੱਕ ਉਸ ਟਾਈਮ ਹੀ ਫਾਦਰ ਦੇ ਪੈਰ ਦਵਾਉਂਦੇ ਦਵਾਉਂਦੇ ਇੱਕ ਨਿਰਣਾ ਕਰ ਲਿਆ ਸੀ ਵੀ ਮੈਂ ਮਤਲਬ ਬਰਫ਼ ਦੇ ਨਾਲ ਨਹਾਈ ਕਰਾਂਗਾ ਜੀ। ਮੈਂ ਸਰ ਜਦੋਂ ਫਸਟ ਟਾਈਮ ਬਰਫ਼ ਲੈ ਕੇ ਆਇਆ ਤਾਂ ਰਾਤ ਨੂੰ ਜਦ ਬਰਫ਼ ਲੈ ਕੇ ਆਇਆ ਤਾਂ ਸਾਡਾ ਪੁਰਾਣਾ ਲਾਲ ਬਾਗ ਦੇ ਵਿੱਚ ਘਰ ਸੀਗਾ, ਪਟਿਆਲੇ ਓਲਡ ਲਾਲ ਬਾਗ ਦੇ ਵਿੱਚ। ਤਾਂ ਮੇਰੀ ਮਦਰ ਕਹਿਣ ਲੱਗੇ ਵੀ ਤੂੰ ਆਹ ਬਰਫ਼ ਕਿਉਂ ਲੈ ਕੇ ਆਇਆ ਵੀ। ਮੈਂ ਕਿਹਾ ਬੀਬੀ ਵੈਸੇ ਹੀ ਲੈ ਕੇ ਆਇਆ। ਕਹਿੰਦੇ ਨਹੀਂ ਤੂੰ ਗੱਲ ਦੱਸ ਕਿਉਂ ਲੈ ਕੇ ਆਇਆ। ਮੈਨੂੰ ਗਰਮੀ ਲੱਗਦੀ ਆ। 3 ਕੁਇੰਟਲ ਬਰਫ਼ ਲਿਆਂਦੀ ਸੀ? ਹਾਂਜੀ ਉਦੋਂ ਵੀ 3 ਕੁਇੰਟਲ। ਤੇ ਮੈਨੂੰ ਬੀਬੀ ਕਹਿਣ ਲੱਗੇ ਵੀ ਤੈਨੂੰ ਗਰਮੀ ਲੱਗਦੀ, ਤੈਨੂੰ ਲੈਦਾ ਤੇਰੇ ਭਾਅ ਦੀ ਗਰਮੀ ਤੈਨੂੰ ਪੈ ਰਹੀ, ਇੰਨੀ ਠੰਡ ਪੈ ਰਹੀ ਆ। ਤਾਂ ਮੈਂ ਕਿਹਾ ਨਹੀਂ। ਮੈਨੂੰ ਕਹਿੰਦੇ ਵੀ ਤੈਨੂੰ ਨਮੂਨੀਆ ਹੋ ਜੂ, ਤੈਨੂੰ ਮਤਲਬ ਉਹ ਦਿੱਕਤ ਆ ਜੂਗੀ ਕੋਈ। ਮੈਂ ਕਿਹਾ ਕੁਛ ਨਹੀਂ ਹੁੰਦਾ। ਤਾਂ ਮੇਰੇ ਮਦਰ ਕਹਿਣ ਲੱਗੇ ਵੀ ਤੂੰ ਮੈਨੂੰ ਸੱਚੋ ਸੱਚ ਗੱਲ ਦੱਸ ਵੀ ਗੱਲ ਕੀ ਆ, ਕਿਉਂ ਕੀ ਚਾਹੁੰਦਾ ਹੈ ਤੂੰ। ਤਾਂ ਉਹਨਾਂ ਨੇ ਨਾ ਮੈਂ ਇਸ ਤਰ੍ਹਾਂ ਪਟੜੇ ਦੇ ਉੱਤੇ ਬੈਠਾ ਸੀ, ਨਹਾਉਣ ਦੀ ਤਿਆਰੀ ਕਰ ਰਿਹਾ ਸੀਗਾ, ਟੱਪ ਮੇਰੇ ਭਰੇ ਹੋਏ ਸੀ ਪਾਣੀ ਦੇ ਬਰਫ਼ ਦੇ ਨਾਲ। ਤਾਂ ਜੀ ਉਹਨਾਂ ਨੇ ਮੇਰਾ ਹੱਥ ਨਾ ਮੇਰੇ ਆਪਣੇ ਸਿਰ ਦੇ ਉੱਤੇ ਰੱਖ ਕੇ ਮੈਨੂੰ ਕਸਮ ਖਿਲਾਈ। ਮੈਨੂੰ ਕਹਿੰਦੇ ਤੂੰ ਚਾਹੁੰਦਾ ਕੀ ਹੈ, ਮੈਨੂੰ ਗੱਲ ਦੱਸ ਕੀ ਗੱਲ। ਫਿਰ ਮੇਰੇ ਅੱਖਾਂ 'ਚ ਉਸ ਟਾਈਮ ਅੰਜੂ ਆ ਗਏ ਸੀ। ਮੈਂ ਆਪਣੇ ਮਦਰ ਨੂੰ ਕਿਹਾ ਦੇਖ ਬੀਬੀ ਤੂੰ ਇਹ ਗੱਲ ਕਿਸੇ ਨੂੰ ਦੱਸੀ ਨਾ, ਇਹ ਰਾਜ ਹੀ ਰਹਿਣ ਦੀ। ਤਾਂ ਮੈਂ ਛੋਟੇ ਸਾਹਿਬਜ਼ਾਦਿਆਂ ਕਰਕੇ ਮਤਲਬ ਉਹ ਕਰਦਾ ਵੀ ਉਹਨਾਂ ਨੇ ਸਾਡੇ ਲਈ ਇੰਨਾ ਕੀਤਾ ਵੀ ਉਸ ਟਾਈਮ ਮਦਰ ਨੂੰ ਵੀ ਬੜਾ ਉਹ ਹੋਇਆ। ਮੈਨੂੰ ਕਹਿੰਦੇ ਤੂੰ ਹੋਰ ਕੁਝ ਕਰ ਲਾ ਵੀ ਕੱਲ੍ਹ ਨੂੰ ਬਿਮਾਰ ਹੋ ਜਾ। ਮੈਂ ਕਿਹਾ ਨਹੀਂ ਮੈਨੂੰ ਨਾ। ਉਹ ਸਰ ਤੁਸੀਂ ਯਕੀਨ ਨਹੀਂ ਕਰਨਾ ਵੀ ਜਦੋਂ ਮਤਲਬ ਇਹ 10-11 ਤਰੀਕ ਹੁੰਦੀ, 8-9 ਤਰੀਕ ਹੁੰਦੀ, ਉਦੋਂ ਮੈਨੂੰ ਉਹ ਦਿਨਾਂ ਦੇ ਵਿੱਚ ਆ ਕੇ ਨਾ ਬਹੁਤ ਜ਼ਿਆਦਾ ਠੰਡ ਲੱਗਦੀ ਆ। ਅੱਛਾ ਜੀ। ਮਤਲਬ ਸਾਹਿਬਜ਼ਾਦਿਆਂ ਦੇ ਟਾਈਮ ਤੋਂ ਪਹਿਲਾਂ ਜਿਵੇਂ 8 ਤਰੀਕ ਆ ਗਈ, 9 ਤਰੀਕ ਆ ਗਈ, ਉਦੋਂ ਮੈਂ ਕਈ ਵਾਰ ਘਰਦਿਆਂ ਨੂੰ ਕਹਿ ਦਿੰਦਾ ਵੀ ਮੇਰੇ ਤੇ ਇੱਕ ਰਜਾਈ ਹੋਰ ਦੇ ਦਿਓ ਯਾਰ, ਮੈਨੂੰ ਠੰਡ ਲੱਗ ਰਹੀ ਹੈ। ਜਦੋਂ 8-9 ਤਰੀਕ ਮਤਲਬ ਦਸੰਬਰ ਦਾ ਮਹੀਨਾ ਹੁੰਦਾ, 8-9 ਤਰੀਕ ਆਉਂਦੀ ਹੈ ਤਾਂ ਠੰਡ ਵੱਧ ਜਾਂਦੀ ਆ। ਹਾਂਜੀ ਠੰਡ ਵੱਧ ਜਾਂਦੀ। ਉਦੋਂ ਮੈਨੂੰ ਇੱਕ ਦਿਨ ਹੀ ਲੱਗਦੀ ਹੈ ਜੀ, ਇੱਕ ਦਿਨ।
ਤਾਂ ਉਸ ਤੋਂ ਬਾਅਦ ਕੀ ਹੁੰਦਾ, ਜਦੋਂ ਇਹ ਛੋਟੇ ਸਾਹਿਬਜ਼ਾਦਿਆਂ ਦਾ 20-21 ਤਰੀਕ ਆਉਂਦੀ ਆ, 24 25 26 ਹੈ ਨਾ ਜਾਂ 26 ਬਸ 20 ਤਰੀਕ ਤੋਂ ਬਾਅਦ ਮਤਲਬ ਇੱਕ ਜਵਾਲਾਮੁਖੀ ਜਿਵੇਂ ਹੁੰਦੀ ਹੈ ਨਾ ਜੀ, ਮੈਂ ਇੱਕ ਟੀ-ਸ਼ਰਟ ਦੇ ਵਿੱਚ ਘੁੰਮਣਾ ਸ਼ੁਰੂ ਕਰ ਦਿੰਦਾ ਜੀ। 20 ਤਰੀਕ ਤੋਂ ਬਾਅਦ ਫਿਰ ਟੀ-ਸ਼ਰਟ ਵਿੱਚ ਹੋ ਜਾਂਦੇ ਹੋ, ਫਿਰ ਉਦੋਂ ਗਰਮੀ ਸ਼ੁਰੂ ਹੋ ਜਾਂਦੀ ਹੈ। ਮੈਨੂੰ ਗਰਮੀ ਲੱਗਣੀ ਸ਼ੁਰੂ, ਪਤਾ ਨਹੀਂ ਉਹ ਅਕਾਲ ਪੁਰਖ ਦੀ ਮਤਲਬ ਇੰਨੀ ਤਾਕਤ ਦੇ ਦਿੰਦੇ ਮੈਨੂੰ ਤੇ ਆ। ਮੈਂ ਜਦੋਂ ਫਿਰ ਸਰ ਇਹ 3 ਦਿਨ ਨਹਾਉਣਾ, ਜਦੋਂ ਸਾਹਿਬਜ਼ਾਦਿਆਂ ਦੇ ਉਹਨਾਂ 23 24 25 3 ਦਿਨ ਨਹਾਉਣਾ, 3 ਕੁਇੰਟਲ ਵਰਤਣਾ, ਉਹ ਮੈਂ ਆਪਣੇ ਕੰਨੀ ਤੋਂ ਮਤਲਬ ਇੱਕ ਇਹ ਹੁੰਦਾ ਵੀ ਮੈਂ ਹੋਰ ਤਾਂ ਕੁਝ ਕਰ ਨਹੀਂ ਸਕਦਾ ਵੀ ਉਹਨਾਂ। ਜਦੋਂ ਸਰ ਮੈਂ ਨਹਾ ਰਿਹਾ ਹੁੰਦਾ, ਤੁਸੀਂ ਯਕੀਨ ਨਹੀਂ ਕਰਨਾ ਵੀ ਉਹ ਸ਼ਾਕ ਮੇਰੀ ਅੱਖਾਂ ਦੇ ਸਾਹਮਣੇ ਮਤਲਬ ਉਹ ਦ੍ਰਿਸ਼ਟ ਨਜ਼ਰ ਆਉਂਦਾ ਹੁੰਦਾ, ਜਦੋਂ ਸਾਹਿਬਜ਼ਾਦਿਆਂ ਨੂੰ, ਇਹ ਛੋਟੇ ਸਾਹਿਬਜ਼ਾਦੇ ਮਤਲਬ ਮੈਂ ਕਿਸੇ ਨੂੰ ਦਾਦਾ, ਮੈਂ ਇੱਥੇ ਤੱਕ ਵੀ ਮਿਸ ਨੂੰ ਵੀ ਅੰਦਰ ਕਮਰੇ ਦੇ ਵਿੱਚ ਬੰਦ ਕਰਕੇ ਨਾ, ਵਿਹੜੇ ਦੇ ਵਿੱਚ ਜੋ ਨਹਾ ਰਿਹਾ ਵੀ ਮੈਨੂੰ ਬਾਹਰ ਆ ਕੇ ਕੋਈ ਡਿਸਟਰਬ ਨਾ ਕਰੇ। ਇਹ ਵੀ ਸਰ ਪਤਾ ਨਹੀਂ ਇਹ ਮੀਡੀਆ ਵਾਲਿਆਂ ਨੂੰ ਇਸ ਵਾਰੀ ਕਿਵੇਂ ਭਣਕ ਲੱਗੀ ਵੀ ਇਹਨਾਂ ਨੇ ਮੇਰੀ ਵੀਡੀਓ, ਮਤਲਬ ਨਹੀਂ ਤਾਂ ਮੇਰੀ ਇੱਕ ਗੁਪਤ ਸੀਗਾ, ਸਿਰਫ ਇੱਕ ਮੇਰੀ ਮਦਰ ਨੂੰ ਪਤਾ ਸੀਗਾ, ਹੋਰ ਤੱਕ ਮੇਰੇ ਕਿਸੇ ਨਾ ਜੀ ਨਾ, ਮੇਰੇ ਮਦਰ ਤੋਂ ਬਿਨਾਂ ਹੋਰ ਕਿਸੇ ਬੰਦੇ ਨੂੰ ਵੀ ਮਤਲਬ ਖਬਰ ਨਹੀਂ ਸੀ ਵੀ ਇਹ ਕਿਉਂ। ਬਸ ਮੈਂ ਉਹਨਾਂ ਨੂੰ ਇਹੀ ਕਹਿੰਦਾ ਮੈਨੂੰ ਗਰਮੀ ਲੱਗਦੀ ਆ, ਬਸ। ਮੈਂ ਕਦੀ ਵੀ, ਮੇਰੇ ਫਾਦਰ ਸਾਹਿਬ ਮੈਨੂੰ ਕਹਿੰਦੇ ਹੁੰਦੇ ਸੀ ਜਦੋਂ ਮੈਂ ਛੋਟਾ ਸੀ ਵੀ ਅਗਰ ਤੂੰ ਸੱਜੇ ਹੱਥ ਨਾਲ ਕੋਈ ਦਾਨ ਕਰ ਰਿਹਾ ਵੀ ਤੇਰੇ ਖੱਬੇ ਹੱਥ ਨੂੰ ਖਬਰ ਨਹੀਂ ਹੋਣੀ ਚਾਹੀਦਾ, ਅਗਰ ਤੇਰਾ ਪਤਾ ਲੱਗ ਗਿਆ ਵੀ ਇਹ ਹੋਆ। ਮੈਂ ਸਰ ਤੁਹਾਨੂੰ ਸਹੀ ਗੱਲ ਦੱਸਾਂ, ਮੈਂ ਉਹ ਦਿਨ ਜਦੋਂ ਮਤਲਬ ਮੇਰੀ ਵੀਡੀਓ ਹੋਈ, ਮੈਂ ਬੜਾ ਰੋਇਆ ਸੀਗਾ ਵੀ ਸੱਚੇ ਪਾਤਸ਼ਾਹ ਮਾਲਕਾ ਤੂੰ ਇਹ ਕੀ। ਉਹ ਫਿਰ ਮੈਨੂੰ ਇਹਨਾਂ ਨੇ ਦੱਸਿਆ ਵੀ ਦੇਖੋ ਇਹ ਜੋ ਉਸ ਮਾਲਕ ਨੂੰ ਮਨਜ਼ੂਰ ਹੁੰਦਾ ਨਾ, ਇਹ ਉਹੀ ਆ, ਹੋ ਸਕਦਾ ਇਹਦੇ ਮੈਂ ਕੋਈ ਅੱਛਾ ਹੀ ਹੋ। ਮੈਂ ਬਚਪਨ ਤੋਂ ਵੈਸੇ ਹਨੂੰਮਾਨ ਜੀ ਦੀ ਪੂਜਾ ਕਰਦਾ ਆ ਰਿਹਾ, ਉਹਨਾਂ ਦੇ ਵਰਤ ਰੱਖਦਾ ਸੀਗਾ, ਹੁਣ ਵੀ ਮੈਂ ਰੱਖਦਾ, ਐਸੀ ਗੱਲ ਨਹੀਂ ਹੈ। ਮਗਰ ਮੈਂ ਸਾਰੇ ਧਰਮਾਂ ਨੂੰ ਮਤਲਬ ਇੱਜ਼ਤ ਕਰਦਾ ਜੀ, ਮਤਲਬ ਮੰਨਦਾ। ਤੇ ਇਹਦੇ ਨਾਲ ਕੀ ਆ ਜੀ, ਮਤਲਬ ਇਹ ਦਿਨਾਂ ਦੇ ਵਿੱਚ ਮਤਲਬ ਗੁਰੂ ਗੋਬਿੰਦ ਸਿੰਘ ਜੀ ਨੂੰ ਮੰਦਿਰ ਗੁਰਦੁਆਰੇ ਜਾ ਕੇ ਮੈਂ ਮਤਲਬ ਬਹੁਤ ਜ਼ਿਆਦਾ ਮਤਲਬ ਕਰਦਾ ਜੀ। ਇਹ ਜੀ ਆਪਾਂ ਜੇ ਗੱਲ ਕਰ ਲਈਏ ਹੁਣ ਤੁਹਾਡਾ ਦੇਖਿਆ ਸੀ ਵੀਡੀਓ, ਉਸ ਤੋਂ ਬਾਅਦ ਵੀ ਆਈਆਂ ਨੇ ਵੀ ਗੁਰਦੁਆਰਾ ਸਾਹਿਬ ਵਿੱਚ ਸਨਮਾਨ ਵੀ ਹੋ ਰਿਹਾ ਹੈ ਨਾ, ਕਿੱਥੇ ਕਿੱਥੇ ਹੋਇਆ ਜੀ? ਸਰ ਮੈਨੂੰ ਨਾ ਇਹ ਮੋਤੀ, ਇਹ ਰਾਘੋ ਮਾਜਰੇ ਆ, ਉੱਥੇ ਉਹਨਾਂ ਨੇ ਮੈਨੂੰ ਇੱਕ ਗੋਲਡੀ ਜੀ ਆ, ਉਹਨਾਂ ਨੇ ਮੈਨੂੰ ਸਨਮਾਨਿਤ ਕੀਤਾ। ਤਾਂ ਬੜਾ ਮੈਨੂੰ ਕੱਲ੍ਹ ਵੀ ਬੁਲਾਇਆ ਸੀਗਾ ਸਰ, ਕੱਲ੍ਹ ਕੋਈ ਰਿਲੇਟਿਵ ਵਗੈਰਾ ਆ ਗਏ, ਮੈਂ ਜਾ ਨਹੀਂ ਸਕਿਆ ਜੀ। ਤਾਂ ਮੈਂ ਤਾਂ ਸਰ ਮਤਲਬ ਇਹ ਗੁਪਤ ਰੱਖਣਾ ਚਾਹੁੰਦਾ ਸੀ, ਮਤਲਬ ਪਤਾ ਨਹੀਂ ਹੁਣ ਸੱਚੇ ਪਾਤਸ਼ਾਹ ਕਿਵੇਂ ਗੱਲ ਹੁੰਦੀ ਆ। ਤੁਸੀਂ ਇੱਕ ਸੇਧ ਦੇ ਰਹੇ ਹੋ ਹੈ ਨਾ ਵੀ ਵਾਹਿਗੁਰੂ ਨੇ ਤੁਹਾਨੂੰ ਅੱਗੇ ਲੈ ਕੇ ਆਂਦਾ ਹੈ ਨਾ, ਵੀ ਚੰਗੇ ਕਰਮ ਕਰਦੇ ਹੋ ਹੈ ਨਾ, ਚਲੋ ਵਧੀਆ ਗੱਲ ਆ। ਅਤੇ ਇਹ ਇੱਕ ਨਾ ਮੈਂ ਥੋੜੀ ਪਹਿਲਾਂ ਜਿਵੇਂ ਗੱਲ ਕੀਤੀ, ਜਦੋਂ ਵੀਡੀਓ ਪਈ ਆ ਤੁਹਾਡੀ ਵਾਇਰਲ ਹੋਈਆਂ ਨੇ, ਥੋੜ੍ਹੇ ਕੁਛ % ਲੋਕ ਸੀ ਜਿਨ੍ਹਾਂ ਨੇ ਮਤਲਬ ਗਲਤ ਕਮੈਂਟ ਕੀਤੇ, ਕਈਆਂ ਨੇ ਇਹ ਵੀ ਕਿਹਾ ਵੀ ਦੇਖਿਓ ਨਹਾਉਣ ਤੋਂ ਬਾਅਦ ਇਹਦਾ ਕੀ ਬਣੂਗਾ। ਮੈਂ ਦੋਸਤੋ ਕਹਿਣਾ ਚਾਹੁੰਦਾ, ਆਹ ਦੇਖ ਲਓ, ਅੱਜ ਤਰੀਕ 3 ਹੋ ਗਈ ਮੈਨੂੰ ਲੱਗਦਾ, 2 ਤਰੀਕ, ਹਾਂਜੀ 2 ਤਰੀਕ ਅੱਜ ਜੀ, 2 ਜਨਵਰੀ। ਤੁਸੀਂ ਦੇਖ ਸਕਦੇ ਹੋ ਪੂਰੇ ਸਹੀ ਸਲਾਮਤ ਨੇ, ਵਾਹਿਗੁਰੂ ਦੀ ਕਿਰਪਾ ਜੀ ਪੂਰੀ। ਜਿਹੜੇ ਕਹਿੰਦੇ ਸੀ ਨਾ ਗਲਤ ਕਮੈਂਟ ਕਰਦੇ ਸੀਗੇ ਵੀ ਠੰਡ ਨਾਲ ਆਏ ਹੋ ਜਾਊਗਾ, ਨਮੂਨੀਆ ਹੋ ਜੂ, ਇਹ ਹੋ ਜੂ, ਤਾਂ ਅੱਜ ਖੜੇ ਨੇ। ਅਤੇ ਉਹਨਾਂ ਨੂੰ ਕਿੱਦਾਂ ਲੋਕਾਂ ਨੇ ਕੀ ਕਹਿਣਾ ਚਾਹੁੰਦੇ ਹੋ? ਸਰ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਵੀ ਦੇਖੋ ਮੈਂ ਅੱਛਾ ਕੰਮ ਪਰਮਾਤਮਾ ਵਾਹਿਗੁਰੂ ਜੀ ਛੋਟੇ ਸਾਹਿਬਜ਼ਾਦੇ ਸਾਡੇ ਤੋਂ ਕਰਵਾ ਰਹੇ ਆ, ਅਤੇ ਮੈਂ ਕਿਹੜਾ ਮਤਲਬ ਇਹ ਮੀਡੀਆ 'ਚ ਆਉਣ ਕਰਕੇ ਮਤਲਬ ਕੀਤਾ ਸੀ। ਮੇਰੇ ਤਾਂ ਇੱਕ ਗੁਪਤ ਸੇਵਾ ਸੀ, ਮਤਲਬ ਜੋ ਕਰ ਰਿਹਾ ਹਰ ਬੰਦਾ ਕਰਦਾ। ਹੁਣ ਕਈ ਵਾਰ ਸਰ ਇਸ ਤਰ੍ਹਾਂ ਹੁੰਦਾ ਵੀ ਹਰ ਬੰਦੇ ਦੀ ਆਪਣੀ ਸੋਚ ਹੁੰਦੀ ਆ, ਉਹ ਸੋਚ ਕਿਸ ਹਿਸਾਬ ਨਾਲ ਲੈ ਕੇ ਜਾ ਰਹੇ ਆ। ਜੋ ਮੇਰੀ ਸੋਚ ਸੀਗੀ, ਮੇਰੇ ਮਤਲਬ ਮੈਨੂੰ ਵਿਰਾਸਤ 'ਚੋਂ ਮੇਰੇ ਮਾਂ-ਬਾਪ ਤੋਂ ਮੈਨੂੰ ਜੋ ਸਿੱਖਿਆ ਮਿਲੀ ਆ ਗੁਰੂ ਸਾਹਿਬ ਵਾਸਤੇ, ਮੈਂ ਉਸ ਤਰ੍ਹਾਂ ਸਰ ਕਰ ਰਿਹਾ ਜੀ। ਠੀਕ ਹੈ ਜੀ, ਮਤਲਬ ਇਹ ਆਪਣੇ ਹਰ ਬੰਦੇ ਦੀ ਆਪਣੀ ਹੁਣ ਸਰ ਇਸ ਤਰ੍ਹਾਂ ਹੁੰਦਾ ਵੀ ਕਈ ਵਾਰ ਤਾਂ ਅਸੀਂ ਫਰਾਈਡੇ ਨੂੰ ਦੁਖਨਿਵਾਰਨ ਸਾਹਿਬ ਹੁੰਦੇ ਜੀ, ਅਸੀਂ ਮੈਂ ਸ਼ੁੱਕਰਵਾਰ ਨੂੰ ਮੈਂ ਅਤੇ ਮੇਰਾ ਬੇਟਾ ਹੁੰਦਾ, ਉਹ ਸਾਡੇ ਤੋਂ ਜੋ ਸ਼ਰਧਾ ਅਸੀਂ ਦੁੱਧ ਨਾਲ ਮਤਲਬ ਉੱਥੇ ਇਸ਼ਨਾਨ ਕਰਾਉਂਦੇ ਹਾਂ ਜੀ। ਤਾਂ ਕਈ ਬੰਦੇ ਤਾਂ ਇਹ ਵੀ ਕਹਿੰਦੇ ਆ ਵੀ ਉਹ ਦੁੱਧ ਕਿਉਂ ਜ਼ਾਹਰ ਕਰਦੇ ਆ, ਤੁਸੀਂ ਇਹੀ ਦੁੱਧ ਹੋਗਾ। ਮੈਂ ਕਹਿੰਦਾ ਜੀ ਸਰ ਦੇਖੋ ਉਹਨਾਂ ਨੇ ਸਾਡੇ ਲਈ ਇੰਨਾ ਕੁਛ ਕੀਤਾ, ਅਸੀਂ ਕਿਉਂ ਜੀ, ਉਹਨਾਂ ਦਾ ਦੇਣਾ ਤਾਂ ਸਾਹਿਬ, ਮੈਂ ਤਾਂ ਕਿਹਾ ਪੂਰੀ ਦੁਨੀਆ ਦਾ ਕੋਈ ਮਤਲਬ ਬੰਦਾ ਨਹੀਂ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ, ਗੁਰੂ ਤੇਗ ਬਹਾਦਰ ਛੋਟੇ ਸਾਹਿਬਜ਼ਾਦਿਆਂ ਦਾ ਕੋਈ ਦੇਣਾ ਦੇ ਦੂਗਾ। ਮੈਂ ਕਹਿੰਦਾ ਸਰ ਆਪਣੇ ਬੱਚੇ ਦੇ ਠੋਕਰ ਲਾ ਜੇ, ਕੋਈ ਥੱਪੜ ਮਾਰਦੇ, ਅਸੀਂ ਮਾਰਨ ਤੱਕ ਜਾਂਦੇ ਹਾਂ। ਉਹਨਾਂ ਨੇ ਸਾਡੇ ਲਈ ਪੂਰਾ ਟੱਬਰੀ ਮਤਲਬ ਪੂਰੀ ਕੌਮ ਮਤਲਬ ਕਰਦੀ ਹੈ ਜੀ, ਅਸੀਂ ਕਿਸ ਤਰ੍ਹਾਂ ਉਹਨਾਂ ਦਾ ਦੇਣਾ ਦੇ ਦੇਂਗੇ। ਮੈਂ ਤਾਂ ਤੁਹਾਡੇ ਚੈਨਲ ਰਾਹੀਂ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਸਰ, ਵੀ ਜੇ ਤੁਹਾਡੇ ਉਹਨਾਂ ਤੱਕ ਬੰਦਿਆਂ ਤੱਕ ਪਹੁੰਚੇ ਵੀ ਸਰ ਜਦੋਂ ਸਾਹਿਬਜ਼ਾਦਿਆਂ ਦੇ ਦਿਨ ਆਉਂਦੇ ਆ ਫਤਿਹਗੜ੍ਹ ਸਾਹਿਬ ਦੇ, ਕੁਛ ਲੋਕ ਕਹਿੰਦੇ ਵੀ ਅਸੀਂ ਮੇਲਾ ਦੇਖਣ ਚੱਲੇ ਹਾਂ। ਉਹ ਸਰ ਮੇਲਾ ਨਹੀਂ ਹੈਗਾ ਸਰ, ਮੇਰੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਭਾਈਓ, ਉਹ ਮੇਲਾ ਨਹੀਂ, ਉਹ ਤਾਂ ਸਾਡੇ ਸਾਹਿਬਜ਼ਾਦਿਆਂ ਦਾ ਮਤਲਬ ਆ ਸੰਧਾਜੀ ਆ, ਉਹਨਾਂ ਨੇ ਸਾਡੇ ਲਈ ਇੰਨਾ ਕੁਛ ਤਾਂ ਜਿਵੇਂ ਸਾਡੇ ਘਰ ਦਾ ਕੋਈ ਜੀ ਚੱਲ ਜਾਂਦਾ, ਅਸੀਂ ਬੜੇ ਅਫਸੋਸ 'ਚ ਬੈਠੇ ਹੁੰਦੇ ਹਾਂ, ਬੜਾ ਮਤਲਬ ਕਰ ਰਹੇ ਹਾਂ।
ਤਾਂ ਅਸੀਂ ਉਹਨੂੰ ਮੇਲਾ ਨਹੀਂ ਕਹਿ ਸਕਦੇ। ਉਹ ਤਾਂ ਸਾਡੇ ਲਈ ਉਹ ਆ ਵੀ ਤੁਸੀਂ ਟਰੈਕਟਰਾਂ ਉੱਤੇ ਗਾਣੇ ਲਾਏ ਵੇ ਹੁੰਦੇ ਆ, ਨੱਚਦੇ ਟੱਪਦੇ ਆ, ਵੀ ਇਹ ਕੰਮ ਨਾ ਕਰੋ ਇਹ ਦਿਨਾਂ ਦੇ ਵਿੱਚ ਹਫਤਾ ਮਤਲਬ ਤੁਸੀਂ ਇਹ ਕੰਮ ਨਾ ਕਰੋ। ਮੇਰੀ ਹੱਥ ਜੋੜ ਕੇ ਬੇਨਤੀ ਹੈ। ਬੇਨਤੀ ਬਹੁਤ ਜ਼ਰੂਰੀ ਵੀ ਸੀਗੀ ਬੇਨਤੀ ਕਰਨੀ ਜੀ ਇਹ। ਤੇ ਲਛਮਣ ਜੀ ਤੁਹਾਡੇ ਪਰਿਵਾਰ 'ਚ ਕੌਣ ਕੌਣ ਆ ਜੀ? ਸਰ ਸਾਡਾ ਪਰਿਵਾਰ ਬਹੁਤ ਵੱਡਾ ਜੀ। ਅਸੀਂ 6 ਬ੍ਰਦਰ ਸੀਗੇ ਮੇਰੇ, ਮੈਂ ਸਭ ਤੋਂ ਛੋਟਾ ਹੀ ਤੇ ਇੱਕ ਬ੍ਰਦਰ ਹੀ ਮੇਰੀ ਡੈਥ ਹੋ ਗਈ। ਬਾਕੀ ਬਹੁਤ ਮਤਲਬ ਮੈਨੂੰ ਕਦੀ ਮੇਰੇ ਭਾਈਆਂ ਨੇ ਵੀ ਨਹੀਂ ਮਤਲਬ ਇਹ ਕਿਹਾ। ਕਿਸੇ ਗੱਲ ਵੀ ਕਿਸੇ ਨੇ ਕਦੇ ਕੋਈ ਤੁਹਾਨੂੰ ਤੁਹਾਡੇ ਗੁਆਂਢੀਆਂ ਨੇ ਜਾਂ ਪਰਿਵਾਰ ਦੇ ਵਿੱਚੋਂ ਕਿਸੇ ਨੇ ਰੋਕਣ ਦੀ ਕੋਸ਼ਿਸ਼ ਕੀਤੀ ਆ? ਉਹ ਸਰ ਗੱਲ ਇਸ ਤਰ੍ਹਾਂ ਸੀ, ਜਦੋਂ ਬਰਫ਼ ਆਉਂਦੀ ਸੀ ਨਾ ਜੀ, ਮਤਲਬ ਇੱਕ ਦੋ ਬੰਦਾ ਦੇਖਦਾ ਹੁੰਦਾ ਸੀ ਵੀ ਇਹ ਬਰਫ਼ ਕਿਉਂ ਆਈ ਆ, ਤਾਂ ਮਗਰ ਕਦੀ ਵੀ ਇਹ ਲੀਕ ਆਊਟ ਨਹੀਂ ਹੋਈ ਸੀ ਵੀ ਅੱਜ ਤੱਕ ਵੀ ਇਹ ਬਰਫ਼ ਕਿਉਂ ਆਉਂਦੀ ਹੈ, ਇਹ ਕਿਉਂ ਇੱਕ ਗੁਪਤ ਤੌਰ 'ਤੇ ਸੀਗਾ ਜੀ। ਜੋ ਮਤਲਬ ਉਹ ਸੀਗਾ, ਮੈਂ ਪਹਿਲੇ ਤੁਹਾਨੂੰ ਕਹਿ ਕੇ ਹਟਿਆ ਨਾ ਵੀ ਫਾਦਰ ਸਾਹਿਬ ਕਹਿੰਦੇ ਸੀ ਅਗਰ ਤੁਸੀਂ ਸੱਜੇ ਹੱਥ ਨਾਲ ਕਰ ਰਹੇ ਹੋ ਤਾਂ ਖੱਬੇ ਹੱਥ ਨੂੰ ਖਬਰ ਨਹੀਂ ਹੋਣੀ ਚਾਹੀਦੀ। ਇੱਕ ਗੁਪਤ, ਇਹ ਤਾਂ ਪਤਾ ਨਹੀਂ ਸਰ ਇਸ ਵਾਰੀ ਕਿਵੇਂ ਪਰਮਾਤਮਾ ਦੀ ਕੋਈ ਮਰਜ਼ੀ ਸੀ ਇਹ ਲੀਕ ਆਊਟ ਹੋ ਗਿਆ, ਨਹੀਂ ਤਾਂ ਮੈਂ ਸਰ ਕਦੀ ਵੀ ਮਤਲਬ ਗੁਪਤ ਤੌਰ 'ਤੇ ਕਰ ਰਿਹਾ ਸੀ। ਅੱਗੇ ਨੂੰ ਵੀ ਮੈਂ ਸਰ ਗੁਪਤ ਤੌਰ 'ਤੇ ਹੀ ਮਤਲਬ ਚਾਹਾਂਗਾ ਵੀ ਗੁਪਤ ਹੋਵੇ। ਹੁਣ ਕਈ ਚੈਨਲ ਵਾਲੇ ਕਹਿੰਦੇ ਜੀ ਹੁਣ ਤਾਂ ਖਬਰ ਹਾਂ ਮਤਲਬ ਖੈਬਰ ਹੋ ਗਈ, ਹੁਣ ਜਿਵੇਂ ਥੋੜਾ ਉਹ ਮਤਲਬ ਆਇਆ ਫੋਨ, ਤਾਂ ਮੈਂ ਕਹਿੰਦਾ ਵੀ ਨਹੀਂ ਯਾਰ ਪਤਾ ਨਹੀਂ ਕਿਹੜਾ ਮਹਾਰਾਜ ਕਿਸ ਰੂਪ 'ਚ ਮੇਰੇ ਕੋਲੇ ਆ ਰਹੇ ਆ, ਕਿਸ ਤਰ੍ਹਾਂ ਆ ਰਹੇ ਮੈਂ। ਕਈ ਵਾਰ ਨਾ ਪਤਾ ਕੀ ਹੁੰਦਾ, ਕਈ ਵਾਰ ਨਾ ਸਾਨੂੰ ਧਰਮ ਦੇ ਨਾਮ ਤੇ ਜਾਤ ਦੇ ਨਾਮ ਤੇ ਵੰਡਿਆ ਜਾਂਦਾ ਜੀ। ਤੇ ਇਹ ਵੀ ਇੱਕ ਸੁਨੇਹਾ ਦੇਣਾ ਸੀਗਾ ਵੀ ਇੱਕ ਹਿੰਦੂ ਪਰਿਵਾਰ ਦੇ ਵਿੱਚੋਂ ਵੀ ਵੀਰ ਸ਼ਰਧਾ ਰੱਖਦਾ ਹੈ ਨਾ, ਕਿ ਉਹ ਵੀ ਕਿੱਡੀ ਬੜੀ ਸ਼ਰਧਾ ਰੱਖਦਾ ਹੈ ਨਾ, ਤੇ ਉਹ ਜ਼ਰੂਰ ਸੁਨੇਹਾ ਦੇਣਾ ਸੀਗਾ, ਤਾਂ ਅਸੀਂ ਤੁਹਾਡੇ ਨਾਲ ਬੇਨਤੀ ਕਰਕੇ ਅੱਜ ਵੀਡੀਓ ਬਣਾ ਰਹੇ ਹਾਂ। ਨਹੀਂ ਸਰ ਮੇਰਾ ਤਾਂ ਇਹ ਆ ਜੀ, ਮੈਂ ਤਾਂ ਤੁਹਾਨੂੰ ਇੱਕ ਇਹੀ ਗੱਲ ਕਹੀ ਆ ਵੀ ਅਗਰ ਅੱਜ ਗੁਰੂ ਤੇਗ ਬਹਾਦਰ ਜੀ ਮਤਲਬ ਨਾ ਐਡਾ ਬੜਾ ਮਤਲਬ ਸਾਡੇ ਲਈ ਉਹ ਕਰਦੇ ਆ, ਗੁਰੂ ਗੋਬਿੰਦ ਸਿੰਘ ਜੀ ਸਾਹਿਬਜ਼ਾਦੇ, ਇਸ ਹਿੰਦੁਸਤਾਨ ਦਾ ਨਕਸ਼ਾ ਕੁਝ ਹੋਰ ਹੋਣਾ ਸੀਗਾ ਜੀ। ਠੀਕ ਹੈ, ਜਿਸ ਹਿਸਾਬ ਨਾਲ ਔਰੰਗਜ਼ੇਬ ਫਾਦਰ ਸਾਹਿਬ ਕਹਿੰਦੇ ਸੀ ਵੀ ਜਿਹੜਾ ਔਰੰਗਜ਼ੇਬ ਸੀ ਉਹ ਸਵਾ ਮਨ ਜਨੇਊ ਮਤਲਬ ਕੱਟ ਕੇ ਫਿਰ ਰੋਟੀ ਖਾਂਦਾ ਸੀ। ਸਵਾ ਮਨ ਮਤਲਬ ਧਰਮ ਬਦਲਣ ਤੋਂ ਬਾਅਦ ਫਿਰ ਰੋਟੀ ਖਾਂਦਾ ਹੁੰਦਾ ਸੀ। ਉਹ ਸਭ ਦੇਖ ਲਓ ਉਦੋਂ ਮਤਲਬ ਮੈਂ ਕਿਹਾ ਉਸ ਧੰਨ ਮੇਰਾ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੇ ਸਾਡੇ ਲਈ ਐਡਾ ਕੁਝ ਕੀਤਾ। ਇਹ ਕੁਝ ਲੋਕ ਅਹਿਸਾਨ ਫਰਮੋਸ਼ ਹੁੰਦੇ ਆ, ਕਿਸੇ ਦੇ ਅਹਿਸਾਨਾਂ ਦਾ ਬਦਲਾ ਮਤਲਬ ਭੁੱਲ ਜਾਂਦੇ ਆ, ਅਹਿਸਾਨ ਭੁੱਲ ਵੀ ਜਾਂਦੇ। ਮੈਂ ਸਰ ਮੈਂ ਤੁਹਾਨੂੰ ਸਹੀ ਗੱਲ ਸਰ, ਮੈਨੂੰ ਕਈ ਵਾਰ ਅੰਦਰੋਂ ਮੇਰਾ ਦਿਲ ਰੋਂਦਾ ਹੈ ਵੀ ਯਾਰ ਉਹਨਾਂ ਲਈ ਤੁਸੀਂ ਕਿਉਂ ਮਤਲਬ ਕਿ ਇਸ ਤਰ੍ਹਾਂ ਤੁਸੀਂ ਤਾਂ ਉਹਨਾਂ ਦਾ ਦੇਣਾ ਦਿਓ ਨਹੀਂ ਸੱਤ। ਮਤਲਬ ਮੈਂ ਤੁਹਾਨੂੰ ਸਹੀ ਗੱਲ ਦੱਸਾਂ, ਮੈਂ ਆਪਣੇ ਬੇਟੇ ਨੂੰ ਵੀ ਕਹਿੰਦਾ, ਮੇਰਾ ਬੇਟਾ ਮਤਲਬ ਕਰਦਾ ਪਿਛਲੀ ਵਾਰੀ ਕੀ ਹੋਇਆ ਪਾਣੀ ਬਚ ਗਿਆ ਸੀਗਾ, ਤਾਂ 1.5-2 ਬਾਲਟੀ ਬਚ ਗਈ ਸੀ। ਰਾਤ ਨੂੰ 1 ਵਜੇ ਦਾ ਟਾਈਮ ਸੀ, ਮੈਂ ਜਦੋਂ ਅੰਦਰੋਂ ਜੋਤ ਕੱਪੜੇ ਕੁਪੜੇ ਪਾ ਕੇ ਜੋਤ ਘਰ ਲਗਾ ਕੇ ਫਿਰ ਮੈਂ ਦੁੱਖ ਨਿਵਾਰਨ ਸਾਹਿਬ ਜਾਣਾ। ਉਹ ਜਦੋਂ ਮੈਂ ਬਾਹਰ ਨਿਕਲੇ ਸ਼ਾਮ ਨੂੰ ਆਉਂਦੇ ਜਾਂ ਸਵੇਰੇ? ਰਾਤ ਨੂੰ 1 ਵਜੇ ਜੀ। ਕਿਉਂ ਰਾਤ ਨੂੰ 1 ਵਜੇ? ਹਾਂਜੀ, ਉੱਠ ਕੇ ਨਹਾ ਕੇ ਫਿਰ ਗੁਰਦੁਆਰਾ ਜਾਂਦੇ? ਫਿਰ ਗੁਰਦੁਆਰਾ ਮੈਂ ਜਾਗਦੇ ਪਿਆ ਹੁੰਦਾ ਜੀ, ਮੈਂ ਸੌਂਦਾ ਨਹੀਂ ਉਹ ਦਿਨ। ਉਹਦੇ ਕਿ ਉਹ ਬਰਫ਼ ਤੋੜਦੇ ਆ, ਉਹਦਾ ਪਾਣੀ ਮਤਲਬ ਬਣਾਉਂਦੇ ਆ, ਜੇ ਕੁਝ ਡਲੇ ਹੋ ਜਾਂਦੇ ਆ ਜੀ ਉਹਦੇ ਵਿੱਚ ਮੈਂ ਦੂਜਾ ਪਾਣੀ ਮਿਕਸ ਕਰਦਾ ਵੀ ਉਹ ਬਰਫ਼ ਖੁਰ ਸਕੇ। ਪਿਛਲੀ ਵਾਰ ਜਦੋਂ ਮੈਂ ਮਤਲਬ ਨਹਾਇਆ ਉਹ ਮੇਰੇ ਸਿਰ 'ਚ ਬਰਫ਼ ਦਾ ਡਲਾ ਵੱਜਿਆ ਸੀਗਾ, ਤਾਂ ਫਿਰ ਮੈਨੂੰ ਇਹ ਹੋਇਆ ਵੀ ਯਾਰ ਉਹ ਨਾ, ਫਿਰ ਮੈਂ ਉਹਨੂੰ ਕਾਫੀ ਥੋੜ੍ਹੇ ਨਾਲ ਤੋੜ ਕੇ ਫਿਰ ਅਸੀਂ ਸਰ ਉਹ ਬੇਟੇ ਵਾਲੀ ਗੱਲ ਮੈਂ ਇਹ ਦੱਸ ਰਿਹਾ ਸੀ ਵੀ ਜਦੋਂ ਪਿਛਲੇ ਸਾਲ, ਇਸ ਸਾਲ ਤਾਂ ਨਹੀਂ ਪਿਛਲੇ ਸਾਲ, ਤਾਂ ਜਦੋਂ ਪਾਣੀ ਬਚਿਆ ਤਾਂ ਮੈਂ ਅੰਦਰ ਕੱਪੜੇ ਪਾਉਣ ਗਿਆ, ਜੋਤ ਲਗਾ ਕੇ ਬਾਹਰ ਨਿਕਲਿਆ ਤਾਂ ਦੇਖਿਆ ਉਹ 1.5 ਮਤਲਬ ਬਾਲਟੀ ਬਚੀ ਹੋਈ ਸੀ। ਤਾਂ ਉਹ ਬੇਟਾ ਨਹਾ ਰਿਹਾ ਸੀਗਾ, ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਇਹ ਤੂੰ ਕੀ ਕਰ ਰਿਹਾ, ਤੂੰ ਬਿਮਾਰ ਹੋ ਜਾਏਗਾ। ਉਹ ਕਹਿੰਦਾ ਪਾਪਾ ਜੇ ਤੁਸੀਂ ਕਰ ਸਕਦੇ ਹੋ ਤਾਂ ਮੈਂ ਨਹੀਂ ਕਰ ਸਕਦਾ। ਤਾਂ ਮੇਰੇ ਉਦੋਂ ਦਿਲ ਦੇ ਵਿੱਚ ਇੱਕ ਇਹ ਹੋ ਗਿਆ ਸੀ ਵੀ ਯਾਰ ਇਹ ਮੇਰਾ ਬੇਟਾ ਮੇਰੇ ਉਸ 'ਤੇ ਚੱਲ ਪਿਆ, ਜਿਵੇਂ ਮੈਂ ਫਾਦਰ ਸਾਹਿਬ ਨੇ ਮੈਨੂੰ ਦੱਸਿਆ ਵੀ ਮੈਨੂੰ ਇਸ ਤਰ੍ਹਾਂ। ਅਤੇ ਮੈਨੂੰ ਫਾਦਰ ਸਾਹਿਬ ਨੇ ਨਹੀਂ ਐਕਚੁਅਲੀ ਮੈਨੂੰ ਫਾਦਰ ਸਾਹਿਬ ਨੇ ਸਿਰਫ ਉਹਨਾਂ ਨੇ ਦੱਸਿਆ ਸੀਗਾ ਵੀ ਹਾਂ ਵੀ ਇਸ ਤਰ੍ਹਾਂ, ਬਸ ਮੇਰੇ ਅੰਦਰੋਂ ਦਰਦ ਬਾਰੇ ਮਤਲਬ ਹੋ ਗਿਆ ਸੀ ਵੀ ਸਾਡੇ ਪਿੱਛੇ ਉਹਨਾਂ ਨੇ ਇੰਨਾ ਕੁਛ ਸਿਆ ਅਤੇ ਮੈਂ ਕਿਉਂ ਨਾ ਉਸ ਦਰਦ ਨੂੰ ਅਹਿਸਾਸ ਕਰਦੇ ਹੋਏ ਆਪਣੇ 'ਤੇ ਲੈ ਕੇ ਦੇਖਾਂ ਵੀ ਉਦੋਂ ਕਿਸ ਤਰ੍ਹਾਂ ਸੀ। ਹੁਣ ਮੇਰਾ ਬੇਟਾ ਅੱਗੇ ਨੂੰ ਕਹਿ ਰਿਹਾ ਸੀਗਾ ਵੀ ਪਾਪਾ ਮੈਂ ਅੱਗੇ ਤੋਂ ਥੋੜ੍ਹੇ ਨਾਲ ਕੰਟੀਨਿਊ। ਮੈਂ ਕਿਹਾ ਯਾਰ ਤੂੰ, ਕਹਿੰਦਾ ਨਹੀਂ, ਕਹਿੰਦਾ ਮੇਰੇ ਕੋਲ ਸੱਚੇ ਪਾਤਸ਼ਾਹ ਦੀ ਮੇਰੀ ਉਮਰ ਰਹੇਗੀ, ਮਤਲਬ ਹੱਥ ਰਹੇਗਾ ਉਹਨਾਂ ਦਾ ਮੇਰੇ 'ਤੇ। ਕਿੰਨਾ ਸਮਾਂ ਨਹਾਉਂਦੇ ਹੋ, ਇਹ ਵੀ ਕੋਈ ਸਮਾਂ ਵੀ? ਸਰ 1 ਘੰਟਾ ਜੀ, 1 ਘੰਟਾ ਬਰਫ਼ ਵਾਲਾ ਪਾਣੀ ਪਾਈ ਜਾਣਾ? ਹਾਂ ਮੈਂ ਸਰ ਤੁਸੀਂ ਵੀਡੀਓ ਦੇਖਣਾ, ਇੱਕ ਤਾਂ ਹੁੰਦਾ ਨਾ ਸਰੀਰ ਦੇ ਉੱਤੇ ਪਾਣੀ ਗੇਰਨਾ, ਠੀਕ ਹੈ ਨਾ, ਮਤਲਬ ਸਰੀਰ ਗਿੱਲਾ ਕਰਨਾ, ਉਸ ਤਰ੍ਹਾਂ ਨਹੀਂ ਪ੍ਰੋਪਰ ਸਰ। ਜਿਵੇਂ ਆਪਾਂ ਗਰਮੀਆਂ ਦੇ ਵਿੱਚ ਸਾਬਣ ਲਾਉਣਾ, ਤੇਲ ਲਗਾਉਣਾ, ਮੈਂ ਉਸ ਤਰ੍ਹਾਂ ਮਤਲਬ ਕਰਦਾ। ਇਹ ਨਹੀਂ ਵੀ ਇੱਕ ਚਲੋ ਜੀ ਪਾਣੀ ਪਾ ਲਿਆ ਜੀ ਨਹਾ ਲਿਆ ਜੀ, ਇਹ ਨਹੀਂ ਜੀ। ਉਸ ਤਰ੍ਹਾਂ ਪ੍ਰੋਪਰ ਸਰ ਸਾਬਣ ਲਗਾ ਕੇ ਪੂਰਾ ਤੇਲ ਸਰੀਰ ਨੂੰ ਲਗਾ ਕੇ ਫਿਰ ਮੈਂ ਮਤਲਬ ਉਹ ਕਰਦਾ ਜੀ। ਜਦੋਂ ਇੱਕ ਨੋਰਮਲ ਨਹਾਉਣਾ ਹੁੰਦਾ, ਇੱਕ ਠੰਡੇ ਪਾਣੀ ਨਾਲ ਨਹਾਉਣਾ, ਕੁਛ ਉਹਦੇ ਵਿੱਚ ਡਿਫਰੈਂਸ ਲੱਗਿਆ ਕੁਛ ਕਿ ਨਹੀਂ ਲੱਗੇ ਨਹੀਂ ਸਰੀਰ? ਸਰ ਸ਼ੁਰੂ 'ਚ ਮੈਨੂੰ ਲੱਗਿਆ ਸੀ ਜੀ, ਮੇਰੇ ਜਿਹੜੀ ਸਾਬਣ ਹੁੰਦੀ ਸੀ ਸਿਰ 'ਚ ਜੰਮ ਜਾਂਦੀ ਸੀ, ਹੁਣ ਵੀ ਜੰਮ ਜਾਂਦੀ ਆ, ਮਗਰ ਮੈਂ ਉਦੋਂ ਨਾਲ ਅੰਦਰ ਹੀ ਅੰਦਰ ਮਤਲਬ ਪਾਠ ਕਰ ਰਿਹਾ ਹੁੰਦਾ ਜੀ।
ਮਤਲਬ ਉਹਨਾਂ ਦਾ ਪਾਠ ਕਰਤਾ ਤਾਂ ਮੈਨੂੰ ਕੋਈ ਮਤਲਬ ਇੰਨਾ ਜ਼ਿਆਦਾ ਮਹਿਸੂਸ ਨਹੀਂ ਹੁੰਦਾ। ਤੁਹਾਡੇ ਸਾਹਮਣੇ ਹੀ ਆ, ਮੈਨੂੰ ਲੱਗਦਾ ਕਿ ਮਾਲਕ ਮੇਰੇ ਤੇ ਇਸ ਤਰ੍ਹਾਂ ਹੀ ਮਿਹਰ ਰੱਖੇਗਾ। ਮੈਂ ਤੁਸੀਂ ਸਰ ਯਕੀਨ ਨਹੀਂ ਕਰਨਾ, ਮੈਂ ਅੱਜ ਤੱਕ ਪਾਨ ਤੱਕ ਨਹੀਂ ਖਾ ਕੇ ਦੇਖਿਆ ਵੀ ਪਾਨ ਦਾ ਟੇਸਟ ਕੈਸਾ ਹੁੰਦਾ। ਕਈ ਵਾਰ ਖਾਂਸੀ ਹੋ ਜਾਂਦੀ ਸੀ, ਛੋਟਾ ਹੁੰਦਾ ਸੀ, ਮੇਰੇ ਫਾਦਰ ਸਾਹਿਬ ਮੈਨੂੰ ਕਹਿੰਦੇ ਸੀ ਤੈਨੂੰ ਮਿੱਠਾ ਪਾਨ, ਮੈਨੂੰ ਉਹਦੇ ਕੱਥੇ ਤੋਂ ਨਫ਼ਰਤ ਸੀਗੀ। ਮੈਂ ਕਿਹਾ ਜੀ ਨਾ ਮੈਂ ਨਹੀਂ ਖਾਣਾ। ਬਸ ਇਸ ਤਰ੍ਹਾਂ ਬਹੁਤ ਬੜੀ ਮੇਰੇ ਤੇ ਉਸ ਅਕਾਲ ਪੁਰਖ ਦੀ, ਗੁਰੂ ਤੇਗ ਬਹਾਦਰ ਜੀ, ਹਨੂੰਮਾਨ ਜੀ ਦੀ ਬਹੁਤ ਵੱਡੀ ਮੇਰੇ ਤੇ ਮਤਲਬ ਉਹ ਆ ਜੀ। ਮੈਂ ਕਹਿੰਦਾ ਮੈਂ ਇਹੀ ਚੀਜ਼ ਆਪਣੇ ਬੇਟੇ 'ਚ ਦੇਖਣਾ ਚਾਹੁੰਦਾ ਵੀ ਜਿਸ ਤਰ੍ਹਾਂ ਤੁਹਾਨੇ ਮੇਰੇ ਤੇ ਹੱਥ ਰੱਖਿਆ ਹੋਇਆ, ਪਰਮਾਤਮਾ ਤੂੰ ਮੇਰੇ ਬੇਟੇ ਤੇ ਵੀ ਇਸ ਤਰ੍ਹਾਂ ਹੀ ਬੁੱਧੀ ਬਲ ਬੁੱਧੀ ਦੇਈਂ। ਸਰ ਸਭ ਤੋਂ ਜ਼ਿਆਦਾ ਵੱਡੀ ਕੀ ਗੱਲ ਹੁੰਦੀ ਆ ਕਿ ਬੰਦੇ ਦੀ ਬੁੱਧੀ ਭ੍ਰਿਸ਼ਟ ਨਾ ਹੋਵੇ। ਅਗਰ ਬੁੱਧੀ ਠੀਕ ਆ ਤਾਂ ਸਭ ਕੁਛ ਆ। ਲੋਕ ਸਵੇਰੇ ਉੱਠ ਕੇ ਧਨ ਦੌਲਤ ਮੰਗਦੇ ਆ, ਮੈਂ ਸਵੇਰੇ ਉੱਠ ਕੇ ਉਹਨਾਂ ਨੂੰ ਇਹੀ ਕਹਿਣਾ ਸੱਚੇ ਪਾਤਸ਼ਾਹ ਬਸ ਮੇਰੀ ਬੁੱਧੀ ਠੀਕ ਰੱਖੀ, ਵੀ ਮੇਰੇ ਤੋਂ ਐਸਾ ਕੋਈ ਕੰਮ ਨਾ ਹੋਵੇ ਵੀ ਮੈਂ ਤੁਹਾਡੇ ਨਾਲ ਨਜ਼ਰ ਮਿਲਾ ਕੇ ਗੱਲ ਨਾ ਕਰ ਸਕਾਂ। ਬਸ ਇਹੀ ਮੇਰੀ ਉਹ ਆ ਜੀ। ਬਿਲਕੁਲ ਤੁਹਾਡੀ ਗੱਲ ਸਹੀ ਆ ਨਾ। ਤੁਹਾਡੀ ਬੁੱਧੀ ਵਾਲੀ ਗੱਲ ਤੋਂ ਯਾਦ ਆ ਗਈ, ਸਾਡੇ ਵੀ ਦਾਦੀ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਬੁੱਧੀ ਭ੍ਰਿਸ਼ਟ ਨਾ ਹੋਵੇ। ਇੱਕ ਸ਼ਬਦ ਬੋਲਦੇ ਸਾਡੇ ਬਜ਼ੁਰਗ ਵੀ ਬੁੱਧੀ ਭ੍ਰਿਸ਼ਟ ਨਹੀਂ ਹੋਣੀ ਚਾਹੀਦੀ। ਬਹੁਤ ਬੜਾ ਸੁਨੇਹਾ, ਬਹੁਤ ਵੱਡਾ ਸ਼ਬਦ ਦਿੱਤਾ ਅੱਜ, ਬੁੱਧੀ ਭ੍ਰਿਸ਼ਟ ਹੋਣਾ। ਫਿਰ ਤਾਂ ਬੰਦਾ ਬਹੁਤ ਕੁਛ ਕਰ ਲੈਂਦਾ ਹੈ ਨਾ। ਅਤੇ ਦੋਸਤੋ ਤੁਹਾਡੇ ਨਾਲ ਸੰਗਤ ਜੀ ਵੀਡੀਓ ਸ਼ੇਅਰ ਕੀਤੀ ਆ ਹੈ ਨਾ। ਲਛਮਣ ਦਾਸ ਟੋਨੀ ਜੀ ਨੇ ਤੁਹਾਨੂੰ ਪਤਾ ਕਿਸ ਤਰੀਕੇ ਨਾਲ ਪਿਛਲੇ 25 ਸਾਲ ਤੋਂ 3 ਕੁਆਂਟਲ ਬਰਫ਼ ਲੈ ਕੇ ਆਉਂਦੇ ਆ। 3 ਦਿਨ ਜਿਹੜਾ ਉਹ ਸ਼ਹੀਦੀ ਦਿਹਾੜਾ ਹੁੰਦਾ ਹੈ, 3 ਦਿਨ ਦਾ, ਉਸ ਦਿਨ 3 ਦਿਨ 1-1 ਘੰਟਾ ਠੰਡੇ ਪਾਣੀ ਨਾਲ ਨਹਾਉਂਦੇ ਨੇ। ਬਹੁਤ ਵੱਡੀ ਸ਼ਰਧਾ ਭਾਵਨਾ ਇਹਨਾਂ ਦੀ। ਵਾਹਿਗੁਰੂ ਅੱਗੇ ਇਹੀ ਅਰਦਾਸ ਕਰਦੇ ਹਾਂ, ਤੁਸੀਂ ਵੀ ਸੰਗਤ ਜੀ ਵਾਹਿਗੁਰੂ ਕਮੈਂਟਾਂ ਵਿੱਚ ਜ਼ਰੂਰ ਲਿਖੋ, ਵੀਡੀਓ ਸ਼ੇਅਰ ਕਰਿਓ ਅਤੇ ਵਾਹਿਗੁਰੂ ਅੱਗੇ ਅਰਦਾਸ ਕਰਿਓ ਇਹਨਾਂ ਦੀ ਜਿਹੜੀ ਸਿਹਤ ਹੈ ਇੱਦਾਂ ਸਿਹਤਮੰਦ ਰਹਿਣ, ਸਿਹਤ ਬਰਕਰਾਰ ਰਹੇ ਅਤੇ ਇੱਦਾਂ ਹੀ ਲੋਕਾਂ ਨੂੰ ਜਿਹੜੇ ਆਪਣੇ ਸ਼ਬਦਾਂ ਦੇ ਨਾਲ ਅਵੇਅਰ ਕਰਦੇ ਰਹਿਣ ਜੀ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸਾਧ ਸੰਗਤ ਜੀ ਇਹ ਸਾਬਿਤ ਹੁੰਦਾ ਹੈ ਕਿ ਜਿਹੜਾ ਇੱਕ ਸੰਤ ਹੁੰਦਾ ਨਾ, ਜਿਹੜਾ ਕੋਮਲ ਹਿਰਦੇ ਵਾਲਾ ਸੰਤ ਹੁੰਦਾ ਹੈ, ਉਹਦੀ ਪਰਿਭਾਸ਼ਾ ਜਿੰਦੀ ਜਾਗਦੀ ਮਿਸਾਲ ਆਪ ਜੀ ਦੇ ਸਾਹਮਣੇ ਹੈ ਕਿ ਚੋਲਾ ਪਾਇਆ, ਬਾਣਾ ਪਾਇਆ, ਪਰ ਜਦੋਂ ਅੰਦਰੋਂ ਹੀ ਇਨਸਾਨ ਕੋਈ ਸੰਤ ਵਾਲਾ ਤੁਹਾਡੇ ਅੰਦਰ ਕੋਈ ਗੁਣ ਨਹੀਂ ਹੈ ਨਾ, ਜ਼ਰੂਰੀ ਨਹੀਂ ਹੈ ਕਿ ਸੰਤ ਚੋਲੇ ਦੇ ਵਿੱਚ ਹੀ ਹੋਵੇ, ਬਾਣੇ ਦੇ ਵਿੱਚ ਹੀ ਹੋਵੇ, ਉਹ ਪੈਂਟ ਕਮੀਜ਼ ਵਿੱਚ ਵੀ ਤੁਹਾਨੂੰ ਮਿਲ ਸਕਦੇ ਹਨ, ਉਹ ਇਸ ਸਰੂਪ ਵਿੱਚ ਵੀ ਮਿਲ ਸਕਦੇ ਹਨ। ਇਹਦੀ ਬੜੀ ਜਿੰਦੀ ਜਾਗਦੀ ਧਾਰਨ ਆਪ ਜੀ ਦੇ ਸਾਹਮਣੇ ਖੜੀ ਹੈ। ਸੋ ਸਾਧ ਸੰਗਤ ਜੀ ਬੜੀ ਜ਼ਰੂਰੀ ਇੱਕ ਦੋ ਸਤਿਕਾਰ ਹੋਰ ਕਰਨੇ ਹਨ, ਕਿਉਂਕਿ ਗੁਰੂ ਸਾਹਿਬ ਹਾਜ਼ਰ ਨਾਜ਼ਰ ਹਨ। ਹੌਸਲਾ ਅਫਜ਼ਾਈ ਬੜੀ ਹੀ ਜ਼ਰੂਰੀ ਹੁੰਦੀ ਹੈ, ਬੜਾ ਹੀ ਇੰਪੋਰਟੈਂਟ ਪਾਰਟ ਹੈ ਐਪਰੀਸ਼ੀਏਸ਼ਨ।